ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਕਾਲ ਅਥਵਾ ਸਮੇਂ ਦੀ ਸੰਗਤ। ਸਾਰੀ ਕਾਇਨਾਤ ਤਿੰਨਾਂ ਕਾਲਾਂ ਵਿੱਚ ਵਿਚਰਦੀ ਹੈ, ਭੂਤ, ਭਵਿੱਖ ਤੇ ਵਰਤਮਾਨ। ਭੂਤ ਕਾਲ ਅਥਵਾ ਗੁਜ਼ਰੇ ਹੋਏ ਸਮੇਂ ਵਿੱਚ ਜੋ ਕੁਝ ਵਰਤਿਆ ਹੈ, ਅਸੀਂ ਉਹਨਾਂ ਤਜਰਬਿਆਂ ਤੇ ਘਟਨਾਵਾਂ ਨੂੰ ਯਾਦ ਕਰਕੇ ਉਹਨਾਂ ਦਾ ਚੰਗਾ ਜਾਂ ਮਾੜਾ ਅਸਰ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਕਾਲ ਅਥਵਾ ਸਮੇਂ ਦੀ ਸੰਗਤ ਕਰਦੇ ਹਾਂ। ਜੇਕਰ ਸਾਡੀ ਪਿਛਲੀ ਜ਼ਿੰਦਗੀ ਚੰਗੀ ਗੁਜ਼ਰੀ ਹੈ ਤਾਂ ਅਸੀਂ ਉਸ ਚੰਗੇਰੀ ਸੁਖਾਲੀ ਜ਼ਿੰਦਗੀ ਨੂੰ ਚੇਤੇ ਕਰਕੇ ਉਸ ਦੀ ਅਣਹੋਂਦ ਦੇ ਹੌਕਿਆਂ ਵਿੱਚ ਝੂਰਦੇ ਅਤੇ ਦੁਖੀ ਆਉਂਦੇ ਹਾਂ। ਤੇ ਦੂਜੇ ਪਾਸੇ ਪਿਛਲੀ ਜ਼ਿੰਦਗੀ ਦੁਖਦਾਈ ਬੀਤੀ ਹੋਵੇ ਤਾਂ ਅਸੀਂ ਹੁਣ ਦੀ ਚੰਗੀ ਜ਼ਿੰਦਗੀ ਦੇ ਰਸ ਭੋਗ ਵਿੱਚ ਗਲਤਾਨ ਹੋ ਕੇ ਆਫਰੇ ਫਿਰਦੇ ਹਾਂ। ਹਾਂਜੀ, ਜੇ ਪਿਛਲੀ ਜ਼ਿੰਦਗੀ ਚੰਗੀ ਗੁਜ਼ਰੀ ਹੈ ਤਾਂ ਅਸੀਂ ਉਸ ਚੰਗੇਰੀ ਸੁਖਾਲੀ ਜ਼ਿੰਦਗੀ ਨੂੰ ਚੇਤੇ ਕਰਕੇ ਉਸ ਦੀ ਅਣਹੋਂਦ ਦੇ ਹੌਕਿਆਂ ਵਿੱਚ ਝੂਰਦੇ ਅਤੇ ਦੁਖੀ ਹੁੰਦੇ ਹਾਂ। ਤੇ ਜੇ ਪਿਛਲੀ ਜ਼ਿੰਦਗੀ ਦੁਖਦਾਈ ਬੀਤੀ ਹੋਵੇ ਤਾਂ ਅਸੀਂ ਹੁਣ ਦੀ ਚੰਗੀ ਜ਼ਿੰਦਗੀ ਦੇ ਰਸ ਭੋਗ ਵਿੱਚ ਗਲਤਾਨ ਹੋ ਕੇ ਆਫਰੇ ਫਿਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਭਵਿੱਖ ਦੀ ਬਾਬਤ ਵੀ ਆਸਾ, ਮਨਸਾ, ਤ੍ਰਿਸ਼ਨਾ ਅਨੁਸਾਰ ਸੋਚਾਂ ਸੋਚਦੇ ਤੇ ਵਿਉਂਤਾ ਘੜਦੇ ਹਾਂ ਅਤੇ ਮਨ ਦੀਆਂ ਖਿਆਲੀਆਂ ਉਡਾਰੀਆਂ ਲਾਉਂਦੇ ਹਾਂ। ਜੇਕਰ ਸਾਡੀਆਂ ਇਹ ਆਸਾ ਮਨਸਾ ਪੂਰੀਆਂ ਨਾ ਹੋਣ ਤਾਂ ਸਾਨੂੰ ਅਤਿਅੰਤ ਨਿਰਾਸ਼ਤਾ ਤੇ ਦੁੱਖ ਹੁੰਦਾ ਹੈ। ਸੋ ਇਹਨਾਂ ਤਿੰਨਾਂ ਕਾਲਾਂ ਅਥਵਾ ਭੂਤ, ਵਰਤਮਾਨ ਅਤੇ ਭਵਿੱਖ ਦੇ ਕਿਸੇ ਨਾ ਕਿਸੇ ਖਿਆਲ ਵਿੱਚ ਸਾਡਾ ਮਨ ਗਲਤਾਨ ਹੋਇਆ ਰਹਿੰਦਾ ਹੈ ਅਤੇ ਇਹਨਾਂ ਖਿਆਲਾਂ ਦੁਆਰਾ ਹੀ ਅਸੀਂ ਕਾਲ ਦੀ ਸੰਗਤ ਜਾਂ ਕੁਸੰਗਤ ਕਰਦੇ ਹਾਂ। ਸਾਡੀਆਂ ਭੂਤ ਕਾਲ ਵਿੱਚ ਵਰਤੀਆਂ ਹੋਈਆਂ ਘਟਨਾਵਾਂ ਵਿੱਚੋਂ ਚੰਗੀਆਂ ਤਾਂ ਘੱਟ ਹੀ ਚੇਤੇ ਰਹਿੰਦੀਆਂ ਹਨ, ਪਰ ਸਾਡੇ ਨਾਲ ਲੋਕਾਂ ਵੱਲੋਂ ਕੀਤੀਆਂ ਬੇਇਨਸਾਫੀਆਂ, ਵਧੀਕੀਆਂ, ਵੈਰ ਵਿਰੋਧ ਆਦਿ ਸਾਡੇ ਮਨ ਚਿਤ ਅੰਤਸ਼ਕਰਣ ਵਿੱਚ ਬਹੁਤ ਡੂੰਘੇ ਤਸੇ ਹੁੰਦੇ ਹਨ, ਜਿਨ੍ਹਾਂ ਨੂੰ ਚੇਤੇ ਕਰਕੇ ਅਸੀਂ ਸੜਦੇ, ਬਲਦੇ, ਸੁਲਗਦੇ ਤੇ ਦੁਖੀ ਹੁੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਭੂਤ ਕਾਲ ਵਿੱਚ ਬੀਤੇ ਤਲਖ ਅਤੇ ਦੁਖਦਾਈ ਤਜਰਬਿਆਂ ਤੇ ਘਟਨਾਵਾਂ ਦੀਆਂ ਮਿਸਲਾਂ ਸਾਡੇ ਅੰਤਸ਼ਕਰਣ ਵਿੱਚ ਜਮ੍ਹਾਂ ਹੁੰਦੀਆਂ ਰਹਿੰਦੀਆਂ ਹਨ ਤੇ ਮੌਕਾ ਮਿਲਣ ਤੇ ਪੁਰਾਣੀ ਈਰਖਾ, ਦਵੈਤ, ਵੈਰ ਵਿਰੋਧ, ਘਿਰਨਾ ਆਦਿ ਦੀਆਂ ਮਿਸਲਾਂ ਨੂੰ ਯਾਦ ਕਰਕੇ ਆਪਣੀ ਅੰਦਰਲੀ ਮਲੀਨ ਜ਼ਹਿਰੀਲੀ ਅਵਾੜ ਕੱਢ ਕੇ ਮਨ ਹੌਲਾ ਕਰਦੇ ਹਾਂ। ਜੇ ਆਪਣੀ ਬਿਰਥਾ ਕਹੂੰ ਅਵਰਾ ਪੈ ਤਾਂ ਆਗੇ ਆਪਣੀ ਬਿਰਥਾ ਬਹੁਤ ਬਹੁਤ ਕਢਾਸਾ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜਿਉ ਜਲਾਇਆ, ਦੁਖੀਆ ਚਲਿਆ ਰੋਏ। ਦੁਖਿਆਰੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰੋਵੰਦੇ। ਇਸ ਤਰ੍ਹਾਂ ਗੁਜ਼ਰੇ ਹੋਏ ਜ਼ਮਾਨੇ ਦੀਆਂ ਤਲਖ ਘਟਨਾਵਾਂ ਤੇ ਜ਼ਹਿਰੀਲੇ ਵਲਵਲਿਆਂ ਨਾਲ ਸਾਡਾ ਮਨ ਕੁਸੰਗਤ ਕਰਦਾ ਰਹਿੰਦਾ ਹੈ। ਇਸੇ ਜਨਮ ਅੰਦਰ ਕਈ ਚੰਗੀਆਂ ਮਾੜੀਆਂ ਦੁਖਦਾਈ ਘਟਨਾਵਾਂ ਸਾਡੇ ਨਾਲ ਵਰਤਦੀਆਂ ਹਨ, ਜਿਨ੍ਹਾਂ ਨੂੰ ਮੁੜ ਮੁੜ ਯਾਦ ਕਰਕੇ ਅਸੀਂ ਹੌਕੇ ਲੈਂਦੇ ਹਾਂ, ਕੁਲਝਦੇ ਹਾਂ, ਸੜਦੇ ਹਾਂ, ਅਭਿਆਸ ਕਰਦੇ ਹਾਂ, ਈਰਖਾ ਦਵੈਤ ਵਧਾਉਂਦੇ ਹਾਂ, ਐਲਰਜੀ ਨੂੰ ਦ੍ਰਿੜ ਕਰਦੇ ਹਾਂ, ਕਾਲੀ ਸੂਚੀ ਲਮੇਰੀ ਕਰਦੇ ਹਾਂ, ਜੀਵਨ ਤਲਖ ਬਣਾਉਂਦੇ ਹਾਂ, ਅੰਤਸ਼ਕਰਣ ਮੈਲਾ ਕਰਦੇ ਹਾਂ। ਸਾਡੀ ਮੌਤ ਤੋਂ ਮਗਰੋਂ ਇਸ ਜਨਮ ਦੀਆਂ ਘਟਨਾਵਾਂ ਦੀ ਯਾਦ ਤਾਂ ਸਾਡੇ ਅੰਤਸ਼ਕਰਣ ਦੇ ਨਾਲ ਨਹੀਂ ਜਾਂਦੀ, ਪਰ ਇਹਨਾਂ ਦੀ ਚੰਗੀ ਮਾੜੀ ਰੰਗਤ ਅਥਵਾ ਤਤਸਾਰ ਅੰਤਸ਼ਕਰਣ ਦੁਆਰਾ ਅਗਲੇ ਜਨਮਾਂ ਵਿੱਚ ਵੀ ਸਾਡੇ ਰੂਹ ਦੇ ਨਾਲ ਹੀ ਜਾਂਦਾ ਹੈ। ਧਿਆਨ ਦੇਣਾ ਜੀ, ਸਾਡੀ ਮੌਤ ਤੋਂ ਮਗਰੋਂ ਇਸ ਜਨਮ ਦੀ ਘਟਨਾਵਾਂ ਦੀ ਯਾਦ ਤਾਂ ਸਾਡੇ ਅੰਤਸ਼ਕਰਣ ਦੇ ਨਾਲ ਨਹੀਂ ਜਾਂਦੀ, ਪਰ ਇਹਨਾਂ ਦੀ ਚੰਗੀ ਮਾੜੀ ਰੰਗਤ ਅਥਵਾ ਤਤਸਾਰ ਅੰਤਸ਼ਕਰਣ ਦੁਆਰਾ ਅਗਲੇ ਜਨਮਾਂ ਵਿੱਚ ਵੀ ਸਾਡੇ ਰੂਹ ਦੇ ਨਾਲ ਹੀ ਜਾਂਦੀ ਹੈ। ਇਸੇ ਕਾਰਨ ਕਈ ਬੱਚੇ ਜਮਾਂਦਰੂ, ਗੁਸੈਲ, ਲੜਾਕੇ, ਈਰਖਾਲੂ, ਡਰਾਕਲ ਤੇ ਹੋਰ ਅਨੇਕਾਂ ਭੈੜੀਆਂ ਆਦਤਾਂ ਵਾਲੇ ਹੁੰਦੇ ਹਨ। ਉਹ ਬੱਚੇ ਪਿਛਲੇ ਜਨਮਾਂ ਦੀਆਂ ਦ੍ਰਿੜ ਕੀਤੀਆਂ ਹੋਈਆਂ ਭੈੜੀਆਂ ਆਦਤਾਂ ਦੀ ਰੰਗਤ ਆਪਣੇ ਅੰਤਸ਼ਕਰਣ ਦੁਆਰਾ ਨਾਲ ਲੈ ਕੇ ਆਉਂਦੇ ਹਨ ਅਤੇ ਪਿਛਲੇ ਜਨਮ ਦੀ ਰੰਗਤ ਅਨੁਸਾਰ ਹੀ ਇਸ ਜਨਮ ਦੀ ਨਵੀਂ ਜੀਵਨ ਸੇਧ ਬਣਦੀ ਹੈ, ਜਿਸ ਨਾਲ ਜੀਵਨ ਹੋਰ ਵੀ ਗੰਧਲਾ, ਦੁਖਦਾਈ ਤੇ ਨਰਕਮਈ ਬਣ ਜਾਂਦਾ ਹੈ। ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਅਕਾਲ ਪੁਰਖ ਨੇ ਜੀਵਾਂ ਤੇ ਅਤਿਅੰਤ ਮਿਹਰ ਕੀਤੀ ਹੈ,
ਜੋ ਪਿਛਲੇ ਜਨਮਾਂ ਦੀਆਂ ਘਟਨਾਵਾਂ ਦੀ ਯਾਦਾਸ਼ਤ ਅੰਤਿਸ਼ਕਰਨ ਉੱਤੇ ਉਕਰੀ ਨਹੀਂ ਜਾਂਦੀ। ਸਿਰਫ ਉਹਨਾਂ ਦੀ ਰੰਗਤ ਅਥਵਾ ਤਤ ਸਾਰੀ ਅੰਤਿਸ਼ਕਰਨ ਦੇ ਨਾਲ ਚਿਮੜੀ ਰਹਿੰਦੀ ਹੈ, ਜੋ ਹਰ ਜਨਮ ਵਿੱਚ ਹੋਰ ਵੀ ਤੀਬਰ ਤੇ ਤੀਖਣ ਹੁੰਦੀ ਜਾਂਦੀ ਹੈ। ਵਰਨਾ ਜੇ ਪਿਛਲੇ ਜਨਮਾਂ ਦੀਆਂ ਸਾਰੀਆਂ ਬੇਅੰਤ ਘਟਨਾਵਾਂ ਸਾਨੂੰ ਇਸ ਜਨਮ ਵਿੱਚ ਯਾਦ ਰਹਿੰਦੀਆਂ ਤਾਂ ਪਿਛਲੇ ਅਨੇਕਾਂ ਜਨਮਾਂ ਦੇ ਆਪੂ ਸਹੇੜੇ ਹੋਏ ਘਿਰਣਤ ਜੀਵਾਂ ਦੀ ਸਾਡੇ ਮਨ ਵਿੱਚ ਭੀੜ ਲੱਗੀ ਰਹਿਣੀ ਸੀ ਅਤੇ ਈਰਖਾ, ਦਵੈਤ, ਕੁਲਝਣਾ ਸਾੜੇ ਦੇ ਅਥਾਹ ਜ਼ਹਿਰੀਲੇ ਸਮੁੰਦਰ ਵਿੱਚ ਹੀ ਸਾਡਾ ਆਪਾ ਗੁਆਚ ਜਾਣਾ ਸੀ। ਇਸ ਤਰ੍ਹਾਂ ਕਈ ਜਨਮਾਂ ਦੀ ਲਗਾਤਾਰ ਮਲੀਨ ਕੁਸੰਗਤ ਨਾਲ ਐਸੀਆਂ ਰੂਹਾਂ ਢੀਠ, ਮਨੂਰ, ਸਾਗਤ, ਮਨਮੁਖ ਤੇ ਮੁਗਧ ਬਣ ਜਾਂਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ ਇਹ ਅਭਾਗੀ ਰੂਹਾਂ ਅਣਜਾਣੇ ਹੀ ਆਪਣੇ ਡੂੰਘੇ ਗੁੱਝੇ ਅੰਤਿਸ਼ਕਰਨ ਦੇ ਤਤਸਾਰ ਦੀ ਰੰਗਤ ਦੀ ਕੁਸੰਗਤ ਕਰਦੀਆਂ ਰਹਿੰਦੀਆਂ ਹਨ, ਜਿਸ ਦੀ ਬਾਬਤ ਉਹਨਾਂ ਨੂੰ ਸੋਝੀ ਨਹੀਂ ਹੁੰਦੀ। ਸਿਰਫ ਇਸ ਜਨਮ ਦੀਆਂ ਘਟਨਾਵਾਂ ਦੀ ਯਾਦ ਕਾਰਨ ਹੀ ਸਾਡਾ ਜੀਵਨ ਦੁੱਭਰ ਹੋਇਆ ਰਹਿੰਦਾ ਹੈ, ਤਾਂ ਅਨੇਕਾਂ ਜਨਮਾਂ ਦੀਆਂ ਘਟਨਾਵਾਂ ਤੇ ਐਲਰਜੀ ਵਾਲੇ ਹੁਜੂਮ ਦੀ ਯਾਦਾਸ਼ਤ ਕਿਤਨੀ ਦੁਖਦਾਈ ਤੇ ਭਿਆਨਕ ਹੋ ਸਕਦੀ, ਇਸ ਦਾ ਅੰਦਾਜ਼ਾ ਲਾਉਣਾ ਵੀ ਕਠਿਨ ਹੈ। ਇਸ ਲਈ ਪਿਛਲੇ ਜਨਮਾਂ ਦੀਆਂ ਬੇਅੰਤ ਘਟਨਾਵਾਂ ਦੀਆਂ ਯਾਦਾਂ ਨੂੰ ਮੇਟਣ ਦੀ ਬਖਸ਼ਿਸ਼ ਲਈ ਸਾਨੂੰ ਅਕਾਲ ਪੁਰਖ ਦਾ ਅਤਿਅੰਤ ਸ਼ੁਕਰਾਨਾ ਕਰਨਾ ਚਾਹੀਦਾ ਹੈ। ਸੋ ਭੂਤ ਕਾਲ ਦੀਆਂ ਦੁਖਦਾਈ ਯਾਦਾਂ ਅਤੇ ਭਵਿੱਖ ਲਈ ਆਸਾ, ਮਨਸਾ, ਤ੍ਰਿਸ਼ਨਾ ਦੀਆਂ ਵਿਉਂਤਾਂ ਵਿੱਚ ਹੀ ਅਸੀਂ ਵਰਤਮਾਨ ਅਮੋਲਕ ਸਮੇਂ ਨੂੰ ਅਜਾਈਂ ਗਵਾ ਦਿੰਦੇ ਹਾਂ। ਧਿਆਨ ਦੇਣਾ ਜੀ, ਭੂਤ ਕਾਲ ਦੀਆਂ ਦੁਖਦਾਈ ਯਾਦਾਂ ਤੇ ਭਵਿੱਖ ਲਈ ਆਸਾ, ਮਨਸਾ, ਤ੍ਰਿਸ਼ਨਾ ਦੀਆਂ ਵਿਉਂਤਾਂ ਵਿੱਚ ਹੀ ਅਸੀਂ ਵਰਤਮਾਨ ਅਮੋਲਕ ਸਮੇਂ ਨੂੰ ਅਜਾਈਂ ਗਵਾ ਦਿੰਦੇ ਹਾਂ। ਇਸ ਲਈ ਸਾਨੂੰ ਭੂਤ ਅਤੇ ਭਵਿੱਖ ਕਾਲਾਂ ਦੀ ਯਾਦ ਜਾਂ ਕੁਸੰਗਤ ਕਰਨ ਤੋਂ ਵਰਜਿਆ ਗਿਆ ਹੈ ਤੇ ਵਰਤਮਾਨ ਅਥਵਾ ਸਦ ਹੁਣ ਵਿੱਚ ਵਿਚਰਨ ਦਾ ਆਦੇਸ਼ ਦਿੱਤਾ ਗਿਆ ਹੈ। ਸੁਰਗ ਬਾਸ ਨਾ ਬਾਂਛੀਏ, ਡਰੀਏ ਨ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ, ਮਨੈ ਨ ਕੀਜੈ ਆਸ। ਕਬੀਰ ਇਹ ਚੇਤਾਵਨੀ, ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੈ, ਤਿਨ ਕੋ ਗੁੜ ਲੈ ਖਾਏ। ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ, ਵਰਤਮਾਨ ਵੀ ਵਿਸਵੇ ਹੋਏ, ਇੱਕੀ ਸਹਿਜ ਕਰ ਆਇਆ। ਇਸ ਤਰ੍ਹਾਂ ਜੇਕਰ ਇਹ ਛਿਨ ਪਲ ਲਗਾਤਾਰ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਵਿੱਚ ਲੀਨ ਹੋਣ ਤਾਂ ਆਤਮਿਕ ਮੰਡਲ ਦੀ ਸਦ ਹੁਣ ਮਾਣਦੇ ਹਾਂ। ਹਾਂਜੀ, ਜੇਕਰ ਇਹ ਵਰਤਮਾਨ ਦੇ ਛਿਨ ਪਲ ਲਗਾਤਾਰ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਵਿੱਚ ਲੀਨ ਹੋਣ ਤਾਂ ਆਤਮਿਕ ਮੰਡਲ ਦੀ ਸਦ ਹੁਣ ਮਾਣਦੇ ਹਾਂ। ਪਰ ਇਹਨਾਂ ਉੱਤਮ ਕਲਿਆਣਕਾਰੀ ਉਪਦੇਸ਼ਾਂ ਨੂੰ ਭੁਲਾ ਕੇ ਜਾਂ ਇਹਨਾਂ ਵੱਲੋਂ ਜਾਣ-ਬੁੱਝ ਕੇ ਮਚਲੇ ਹੋ ਕੇ ਅਸੀਂ ਇਹਨਾਂ ਦੇ ਐਨ ਉਲਟ ਆਪਣੀਆਂ ਮਲੀਨ ਰੁਚੀਆਂ ਦੀ ਪੁਰਾਣੀ ਰੋੜ ਵਿੱਚ ਗੁਜ਼ਰੇ ਹੋਏ ਜ਼ਮਾਨੇ ਦੇ ਤਲਖ ਤੇ ਦੁਖਦਾਈ ਤਜਰਬਿਆਂ ਨੂੰ ਮੁੜ-ਮੁੜ ਯਾਦ ਕਰਕੇ, ਕੋਟ-ਕੋਟ ਕੇ, ਅਭਿਆਸ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਤਰ੍ਹਾਂ ਈਰਖਾ, ਦਵੈਤ, ਵੈਰ, ਵਿਰੋਧ, ਘਿਰਨਾ, ਸਾੜਾ, ਐਲਰਜੀ ਆਦਿ ਦੀਆਂ ਯਾਦਾਂ ਸਾਡੇ ਅੰਦਰ ਹੋਰ ਵੀ ਡੂੰਘੀਆਂ ਧੱਸਦੀਆਂ ਜਾਂਦੀਆਂ ਹਨ, ਵਸਦੀਆਂ ਜਾਂਦੀਆਂ ਹਨ, ਰਸਦੀਆਂ ਜਾਂਦੀਆਂ ਹਨ, ਸਮਾਂਦੀਆਂ ਜਾਂਦੀਆਂ ਹਨ, ਜਿਸ ਨਾਲ ਸਾਡਾ ਵਰਤਮਾਨ ਜੀਵਨ ਹੋਰ ਵੀ ਤਲਖ, ਜ਼ਹਿਰੀਲਾ ਤੇ ਦੁਖਦਾਈ ਹੁੰਦਾ ਜਾਂਦਾ ਹੈ। ਸੋ ਬੇਲੋੜੇ ਭੂਤਕਾਲ ਦੀਆਂ ਯਾਦਾਂ ਤੇ ਅਣਹੋਣੇ ਭਵਿੱਖ ਬਾਬਤ ਸੋਚਾਂ ਫਿਕਰਾਂ ਨਾਲ ਮਲੀਨ ਰੰਗਤ ਹੋਰ ਵੀ ਸੂਖਮ, ਪਰਬਲ ਤੇ ਦਾਮਨਕ ਹੁੰਦੀ ਜਾਂਦੀ ਹੈ। ਧਿਆਨ ਦੇਣਾ ਜੀ, ਇਹ ਬੇਲੋੜੇ ਭੂਤਕਾਲ ਦੀਆਂ ਯਾਦਾਂ ਤੇ ਅਣਹੋਣੇ ਭਵਿੱਖ ਬਾਬਤ ਸੋਚਾਂ ਫਿਕਰਾਂ ਨਾਲ ਮਲੀਨ ਰੰਗਤ ਹੋਰ ਵੀ ਸੂਖਮ, ਪਰਬਲ ਤੇ ਦਾਮਨਕ ਹੁੰਦੀ ਜਾਂਦੀ ਹੈ, ਜਿਸ ਦੀ ਜ਼ਹਿਰੀਲੀ ਰੰਗਤ ਵਰਤਮਾਨ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਅਣਜਾਣੇ ਹੀ ਪ੍ਰਗਟ ਹੁੰਦੀ ਰਹਿੰਦੀ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਰੋਸੇ, ਗਿੱਲੇ, ਈਰਖਾ, ਦਵੈਤ, ਵੈਰ, ਵਿਰੋਧ, ਘਿਰਨਾ ਆਦਿ ਦੀ ਮਲੀਨ ਰੰਗਤ ਸਾਡੇ ਅੰਤਸ਼ਕਰਨ ਦੁਆਰਾ ਅਗਲੇ ਜਨਮਾਂ ਵਿੱਚ ਵੀ ਸਾਡੇ ਨਾਲ ਹੀ ਜਾਂਦੀ ਹੈ। ਇਸ ਤਰ੍ਹਾਂ ਸਾਡਾ ਮਨ ਮਲੀਨ ਜ਼ਹਿਰੀਲੀ ਕੁਸੰਗਤ ਵਿੱਚ ਕਈ ਜਨਮਾਂ ਤਾਈਂ ਗਲਤਾਨ ਹੋਇਆ ਰਹਿੰਦਾ ਹੈ।
ਮਨ ਦੀ ਫੱਟੀ ਉੱਤੇ ਲਿਖੇ ਹੋਏ ਕਾਲੇ ਲੇਖ ਅਤੇ ਜ਼ਹਿਰੀਲੀ ਮਾਨਸਿਕ ਰੰਗਤ ਤਾਂ ਕਿਸੇ ਤਰੀਕੇ ਨਾਲ ਮੇਟੀ ਜਾ ਸਕਦੀ ਹੋਵੇ, ਪਰ ਅੰਤਸ਼ਕਰਣ ਵਿੱਚ ਜਨਮਾਂ ਜਨਮਾਂਤਰਾਂ ਤੋਂ ਡੂੰਘੀ ਉਕਰੀ ਹੋਈ ਮਲੀਨ ਰੰਗਤ ਨੂੰ ਮੇਟਣਾ ਨਾਮੁਮਕਿਨ ਹੈ। ਜਦ ਤਾਈਂ ਮਨ ਉਤੋਂ ਇਹ ਭੂਤ ਕਾਲ ਦੇ ਗਹਿਰੇ ਉਕਰੇ ਹੋਏ ਕਾਲੇ ਲੇਖ ਮੇਟੇ ਨਹੀਂ ਜਾਂਦੇ, ਅਥਵਾ ਮਨ ਦੀ ਫੱਟੀ ਬਿਲਕੁਲ ਸਾਫ਼ ਨਹੀਂ ਹੋ ਜਾਂਦੀ, ਤਦ ਤਾਈਂ ਅਸੀਂ ਪੁਰਾਣੀ ਨਰਕਮਈ ਜੀਵਨ ਰੋੜੀ ਵਿੱਚ ਹੀ ਰੁੜੀ ਜਾਵਾਂਗੇ ਤੇ ਭੂਤ ਕਾਲ ਦੀ ਜ਼ਹਿਰੀਲੀ ਰੰਗਤ ਦੀ ਕੁਸੰਗਤ ਮੱਲੋ ਮੱਲੀ ਸਹਿਜ ਸੁਭਾਏ ਹੁੰਦੀ ਰਹੇਗੀ। ਇਸ ਤਰ੍ਹਾਂ ਆਪਣੇ ਮਲੀਨ ਖਿਆਲਾਂ ਨਾਲ ਆਪੂ ਸਹੇੜੇ ਹੋਏ, ਮੁੜ ਮੁੜ ਯਾਦ ਕਰਕੇ ਪਾਲੇ ਹੋਏ, ਤੀਬਰ ਕਿਰਨਾਂ ਨਾਲ ਦਾਮਨਕ ਬਣਾਏ ਹੋਏ, ਐਲਰਜੀ ਨਾਲ ਅੰਤਸ਼ਕਰਣ ਵਿੱਚ ਵਸਾਏ ਹੋਏ ਤੇ ਸਿਮਰਨ ਕਰ ਕਰਕੇ ਰੂਪਮਾਨ ਕੀਤੇ ਹੋਏ ਮਨੋ ਕਲਪਤ ਭੂਤਾਂ ਨਾਲ ਅਸੀਂ ਬੇਵਸ ਹੋ ਕੇ ਮੱਲੋ ਮੱਲੀ ਕੁਸੰਗਤ ਕਰਦੇ ਰਹਿੰਦੇ ਹਾਂ। ਜੇਕਰ ਸਾਨੂੰ ਇਸ ਅਣਹੋਣੇ ਗੁੱਜੇ ਮਨੋ ਕਲਪਤ ਖਿਆਲੀ ਭੂਤ ਬਾਬਤ ਸੋਝੀ ਜਾਂ ਅਹਿਸਾਸ ਵੀ ਹੋ ਜਾਵੇ ਤਾਂ ਅਤੇ ਤੰਗ ਆ ਕੇ ਇਸ ਤੋਂ ਛੁਟਕਾਰਾ ਚਾਹੁੰਦੇ ਹੋਈਏ ਤਾਂ ਵੀ ਇਹ ਸਾਡੇ ਗਲੋਂ ਨਹੀਂ ਲੈ ਸਕਦੇ, ਕਿਉਂਕਿ ਇਹਨਾਂ ਨੇ ਸਾਡੇ ਅੰਤਸ਼ਕਰਣ ਉੱਤੇ ਜ਼ਬਰਦਸਤ ਕਬਜ਼ਾ ਕੀਤਾ ਹੋਇਆ ਹੈ। ਅੱਜ ਕੱਲ੍ਹ ਦੇ ਕਿਰਾਏਦਾਰਾਂ ਵਾਂਗ ਇਹ ਆਪੋਂ ਵਸਾਏ ਹੋਏ ਭੂਤ ਕਾਲ ਦੇ ਦੁਖਦਾਈ ਮਨੋਕਲਪਤ ਭੂਤ ਸਾਡੇ ਅੰਤਸ਼ਕਰਣ ਉੱਤੇ ਕਬਜ਼ਾ ਕਰਕੇ ਸਾਡੇ ਜੀਵਨ ਦੇ ਹਰ ਪੱਖ ਉੱਤੇ ਆਪਣੀ ਮਲੀਨ ਰੰਗਤ ਚਾੜਦੇ ਰਹਿੰਦੇ ਹਨ। ਇਹਨਾਂ ਤੋਂ ਛੁਟਕਾਰਾ ਨਾਮੁਮਕਿਨ ਹੈ, ਜਿਸ ਕਰਕੇ ਸਾਨੂੰ ਅਵਸ਼ੀ ਜ਼ਹਿਰੀਲਾ ਜੀਵਨ ਬਤੀਤ ਕਰਨਾ ਪੈਂਦਾ ਹੈ। अवर पंच हम एक जना, क्यों राखों कर बार मना, मारे लूटे नीत नीत किस आगे करी पुकार जना। पंच बिखादी एक गरीबा, राखो राखण हारे, खेद करे और बहुत संतावे, आयो शरण तुआरे। बैर विरोध काम क्रोध मुँह, झूठ बेकार महा लोभ त्रो, इयाऊं जुगत बिहाने कई जन्म, नानक राख लियो आपन कर करम। इन पंचन मेरो मन जो बिगारियो, पल पल हर जीते अंतर पारियो। इन दू तन खल बद कर मारियो, बड़ो निलाज अजहू नहीं हारियो। इसे लिए गुरबाणी में दसिया गया है कि गुरु दी किरपा ते साध संगत द्वारा ही इस दुखदाई मलीन जीवन चक्कर तो छुटकारा हो सकता है। हाँ जी, गुरबाणी में दसिया गया है कि गुरु दी किरपा ते साध संगत द्वारा ही इस दुखदाई मलीन जीवन चक्कर तो छुटकारा हो सकता है। साध संगत होए निर्मला, कटिए जम की फास। मैं जुग जुग दए सेवड़ी, गुर कट्टी महंडी जेवड़ी। आप त्याग मिटे आवण जाना, साध कै संग पार ब्रह्म पछाना। याहूं जतन कर हो छुटारा, उआऊं जतन साथ संगारा। मोह रोग सोग तन बाध्यो, बोझू नी परमाइए, टिकन न पावे बिन सत्संगत, किस आगे जाए रुआइए। सो साडे जीवन दा हर पल वर्तमान काल तो भूतकाल विच बदल रहा है। सो भूतकाल साडे वस विचों खिसक चुका है। ਭਵਿੱਖਤ ਕਾਲ ਅਨਿਸ਼ਚਿਤ ਹੈ, ਜਿਸ ਤੋਂ ਅਸੀਂ ਅਣਜਾਣ ਹਾਂ। ਇਸ ਲਈ ਸਾਡੇ ਹੱਥ ਵਿੱਚ ਸਿਰਫ ਵਰਤਮਾਨ ਦਾ ਕਾਲ ਜਾਂ ਸਮਾਂ ਹੀ ਹੈ, ਜਿਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਚੰਗੇ ਜਾਂ ਮਾੜੇ ਪਾਸੇ ਲਾ ਸਕਦੇ ਹਾਂ। ਸਾਡੇ ਹੱਥ ਵਿੱਚ ਸਿਰਫ ਵਰਤਮਾਨ ਦਾ ਕਾਲ ਜਾਂ ਸਮਾਂ ਹੀ ਹੈ, ਜਿਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਚੰਗੇ ਜਾਂ ਮਾੜੇ ਪਾਸੇ ਲਾ ਸਕਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਹੁਣ ਦੇ ਖਿੰਨ ਪਲ ਹੀ ਸਾਡੇ ਵਸ ਵਿੱਚ ਹਨ ਤੇ ਇਹੀ ਖਿੰਨ ਅਗਲੇ ਪਲਕ ਹੀ ਭੂਤਕਾਲ ਵਿੱਚ ਬਦਲ ਕੇ ਸਾਡੇ ਵਸ ਤੋਂ ਬਾਹਰ ਹੋ ਜਾਵੇਗਾ। ਇਸੇ ਲਈ ਗੁਰਬਾਣੀ ਵਿੱਚ ਸਾਨੂੰ ਆਪਣੇ ਵਸ ਵਾਲੇ ਹੁਣ ਦੇ ਖਿੰਨ ਪਲ ਨੂੰ ਸੰਭਾਲਣ ਦੀ ਤਾਕੀਦ ਕੀਤੀ ਗਈ ਹੈ, ਕਿਉਂਕਿ ਇਸੇ ਹੁਣ ਦੇ ਖਿੰਨ ਪਲ ਦੁਆਰਾ ਹੀ ਅਸੀਂ ਆਪਣੇ ਜੀਵਨ ਨੂੰ ਸੰਗਤ ਜਾਂ ਕੁਸੰਗਤ ਦੁਆਰਾ ਚੰਗੀ ਜਾਂ ਮਾੜੀ ਸੇਧ ਦੇ ਸਕਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਵਰਤਮਾਨ ਦੇ ਖਿੰਨ ਪਲਾਂ ਨੂੰ ਸਹੀ ਤੌਰ ਤੇ ਸਾਧ ਸੰਗਤ ਵਿੱਚ ਗੁਜ਼ਾਰੀਏ ਅਥਵਾ ਵਿਹਾਈਏ, ਤਾਂ ਹੀ ਇਹਨਾਂ ਖਿੰਨ ਪਲਾਂ ਦੀ ਸਮੁੱਚੀ ਰੰਗਤ ਦੁਆਰਾ ਸਾਡਾ ਉੱਚਾ ਸੁੱਚਾ ਦੈਵੀ ਗੁਰਮੁਖ ਜੀਵਨ ਬਣ ਸਕਦਾ ਹੈ। ਫਿਰ ਦੁਹਰਾ ਦਈਏ ਕਿ ਇਹਨਾਂ ਵਰਤਮਾਨ ਦੇ ਖਿੰਨ ਪਲਾਂ ਨੂੰ
ਸਹੀ ਤੌਰ ਤੇ ਸਾਧ ਸੰਗਤ ਵਿੱਚ ਗੁਜ਼ਾਰੀਏ ਅਥਵਾ ਵਿਹਾਈਏ, ਤਾਂ ਹੀ ਇਹਨਾਂ ਖਿੰਨ ਪਲਾਂ ਦੀ ਸਮੁੱਚੀ ਰੰਗਤ ਦੁਆਰਾ ਸਾਡਾ ਉੱਚਾ ਸੁੱਚਾ ਦੈਵੀ ਗੁਰਮੁਖ ਜੀਵਨ ਬਣ ਸਕਦਾ ਹੈ। ਕਵਨ ਸੰਜੋਗ ਮਿਲੋਂ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਨੇ। ਕਾਹੂ ਬਿਹਾਵੈ ਵੇਦ ਅਰਬਾਦ, ਕਾਹੂ ਬਿਹਾਵੈ ਰਸਨਾ ਸਾਧ, ਕਾਹੂ ਬਿਹਾਵੈ ਲਪਟ ਸੰਗ ਨਾਰੀ, ਸੰਤ ਰਚੈ ਕੇਵਲ ਨਾਮ ਮੁਰਾਰੀ। ਕਾਹੂ ਬਿਹਾਵੈ ਖੇਲਤ ਜੂਆ, ਕਾਹੂ ਬਿਹਾਵੈ ਅਮਲੀ ਹੁਆ, ਕਾਹੂ ਬਿਹਾਵੈ ਪਰ ਦਰਬ ਚੁਰਾਏ, ਹਰ ਜਨ ਬਿਹਾਵੈ ਨਾਮ ਤੇ ਆਏ। ਕਾਹੂ ਬਿਹਾਵੈ ਨਟ ਨਾਟਕ ਨਿਰਤੈ, ਕਾਹੂ ਬਿਹਾਵੈ ਜਿਆਏ ਹਿਰਤੈ, ਕਾਹੂ ਬਿਹਾਵੈ ਰਾਜ ਮੈਂ ਡਰਤੈ, संत बिहावै हर जस करते। एक चित जै एक छिन ते आयो, काल फास के बीच न आया। इस तरह जेकर साडा मन वर्तमान दे छिन पलां नूं संभाल के लगातार नाम सिमरन अभ्यास कमाई करदा रहे, तां ही अटुट सद होण दा आत्मक रंग रस माण सकदा है। हां जी, जेकर साडा मन वर्तमान दे छिन पलां नूं संभाल के लगातार नाम सिमरन अभ्यास कमाई करता रहे, तां ही अटुट सद होण दा आत्मक रंग रस माण सकदा है। सो इन्हां खिन पलां दी लगातार रवानगी विच ही सारा जीवन परविरत अथवा संगत या कुसंगत करके चंगा या माड़ा जीवन बनता है। पर इन्हां महत्वपूर्ण अते कीमती खिन पलां नूं असीं अजाई गवा रहे हैं। हर जस रे मना गाए लै, जो संगी है तेरो, अवसर बीत्यो जात है, कहो मान ले मेरो। तिल तिल पल पल औद फुन काटै, बूझ न सकै गवार। बीत जै हैं जन्म अकाज रे, दिन राती आराधो प्यारो, निमख न कीजै टीला। वाहिगुरु जी का खालसा, वाहिगुरु जी की फतेह।